ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੰਗਤ ਜੀ, ਅਗਰ ਤੁਸੀਂ ਬਾਬਾ ਜੀ ਦੀਆਂ ਪਿਆਰੀਆਂ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਓ ਜੀ। ਸੰਗਤ ਜੀ, ਅੱਜ ਦੀ ਜੋ ਸਾਖੀ ਹੈ ਅਸੀਂ ਜੋ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਇਹ ਸਾਖੀ ਬੜੀ ਹੀ ਕਮਾਲ ਦੀ ਸਾਖੀ ਹੈ। ਇਹ ਸਾਖੀ ਇੱਕ ਵਾਰੀ ਤਾਂ ਘੱਟੋ ਘੱਟ ਹਰ ਸਤਸੰਗੀ ਨੂੰ ਸੁਣਨੀ ਹੀ ਚਾਹੀਦੀ ਹੈ। ਇਸ ਸਾਖੀ ਦੇ ਅੰਤ ਦੇ ਵਿੱਚ ਕਿਆ ਕਮਾਲ ਦੀ ਸਿੱਖਿਆ ਮਿਲੀ ਹੈ, ਤੁਸੀਂ ਹੈਰਾਨ ਹੋ ਜਾਓਗੇ। ਸੰਗਤ ਜੀ, ਤੁਹਾਡਾ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਅਸੀਂ ਸਾਖੀ ਸ਼ੁਰੂ ਕਰਦੇ ਹਾਂ। ਪੂਰੀ ਸੁਣਨ ਦੀ ਕਿਰਪਾਲਤਾ ਕਰਨਾ ਜੀ। ਸੰਗਤ ਜੀ, ਇਹ ਸਾਖੀ ਬੜੇ ਪੁਰਾਣੇ ਸਮੇਂ ਦੀ ਹੈ। ਇਹ ਸਾਖੀ ਉਸ ਵੇਲੇ ਦੀ ਹੈ ਜਦੋਂ ਮਾਰਕੀਟ ਵਗੈਰਾ ਨਹੀਂ ਹੁੰਦੀਆਂ ਸੀ ਤੇ ਜੇ ਕਿਸੇ ਨੇ ਕੁਝ ਸਮਾਨ ਖਰੀਦਣਾ ਹੋਵੇ ਤੇ ਬਾਜ਼ਾਰ ਲੱਗਿਆ ਕਰਦੇ ਸੀ ਤੇ ਲੋਕੀ ਆਸੇ-ਪਾਸੇ ਦੇ ਪਿੰਡਾਂ ਦੇ ਲੋਕੀ ਬਾਜ਼ਾਰ ਦੇ ਵਿੱਚੋਂ ਜਾ ਕੇ ਉਹ ਸਮਾਨ ਖਰੀਦ ਕੇ ਲਿਆਉਂਦੇ ਸੀ। ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਮੀਆਂ ਬੀਬੀ ਤੇ ਦੋ ਉਹਨਾਂ ਦੇ ਬੱਚੇ ਰਹਿੰਦੇ ਸੀ। ਪਤੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਫਲਾਣੀ ਜਗ੍ਹਾ ਬਾਜ਼ਾਰ ਲੱਗਿਆ ਹੋਇਆ ਹੈ, ਮੈਂ ਉਸ ਤਰਫ ਨੂੰ ਜਾਣਾ ਹੈ, ਜੇ ਕੋਈ ਸਮਾਨ ਚਾਹੀਦਾ ਹੈ ਤੇ ਦੱਸ ਦੇ, ਮੈਂ ਆਂਦਾ ਹੋਇਆ ਲੈਂਦਾ ਆਵਾਂਗਾ। ਉਸ ਦੀ ਪਤਨੀ ਨੇ ਕੁਝ ਸਮਾਨ ਦੀ ਪਰਚੀ ਲਿਖ ਕੇ ਦੇ ਦਿੱਤੀ। ਜਦ ਜਾਣ ਲੱਗਾ ਤੇ ਬੱਚਿਆਂ ਨੂੰ ਪੁੱਛਦਾ ਹੈ ਕਿ ਤੁਹਾਡੇ ਲਈ ਮੈਂ ਕੀ ਲੈ ਕੇ ਆਵਾਂ। ਬੱਚਿਆਂ ਨੇ ਕਿਹਾ ਕਿ ਪਿਤਾ ਜੀ, ਸਾਡੇ ਵਾਸਤੇ ਖੇਲਣ ਵਾਸਤੇ ਕੁਝ ਖਿਡੌਣੇ ਲੈ ਆਣਾ। ਖੈਰ, ਉਹ ਚਲਾ ਗਿਆ। ਜੋ ਕੰਮ ਵਗੈਰਾ ਉਹਨੇ ਕਰਨਾ ਸੀ ਕਰਕੇ ਬਾਜ਼ਾਰ ਦੇ ਵਿੱਚ ਆ ਗਿਆ। ਜੋ ਸਮਾਨ ਉਸ ਦੀ ਪਤਨੀ ਨੇ ਉਸ ਨੂੰ ਲਿਖ ਕੇ ਦਿੱਤਾ ਸੀ, ਉਸ ਨੇ ਉਹ ਸਮਾਨ ਖਰੀਦ ਲਿਆ ਤੇ ਬੱਚਿਆਂ ਲਈ ਕੁਝ ਖਿਡੌਣੇ ਵੀ ਲੈ ਲਏ। ਸਮਾਨ ਲੈ ਕੇ ਜਦ ਵਾਪਸ ਘਰ ਨੂੰ ਆ ਰਿਹਾ ਸੀ, ਉਸ ਨੇ ਦੇਖਿਆ ਕਿ ਇੱਕ ਬਾਗ ਹੈ ਤੇ ਬਾਗ ਦੇ ਬਾਹਰ ਇੱਕ ਤੋਤੇ ਵੇਚਣ ਵਾਲਾ ਬੈਠਾ ਹੈ। ਉਹਨੇ ਜਦ ਤੋਤੇ ਦੇਖੇ ਤੇ ਇੱਕ ਤੋਤਾ ਬਹੁਤ ਸੁੰਦਰ ਸੀ ਔਰ ਬੜਾ ਪਿਆਰਾ ਸੀ, ਕਿਉਂਕਿ ਉਹ ਤੋਤਾ ਬੋਲਣ ਵਾਲਾ ਤੋਤਾ ਸੀ, ਇਨਸਾਨਾਂ ਨਾਲ ਗੱਲਬਾਤ ਵੀ ਕਰਦਾ ਸੀ। ਉਸ ਨੂੰ ਤੋਤਾ ਬੜਾ ਪਸੰਦ ਆਇਆ। ਉਸ ਨੇ ਉਸ ਤੋਤੇ ਵੇਚਣ ਵਾਲੇ ਨੂੰ 1-2 ਰੁਪਏ ਦਿੱਤੇ ਤੇ ਉਹ ਤੋਤਾ ਖਰੀਦ ਲਿਆ, ਕਿਉਂਕਿ ਉਸ ਵੇਲੇ ਜ਼ਮਾਨਾ ਬਹੁਤ ਸਸਤਾ ਹੁੰਦਾ ਸੀ। ਖੈਰ, ਉਹ ਤੋਤੇ ਵਾਲਾ ਪਿੰਜਰਾ ਲੈ ਕੇ ਘਰ ਆ ਗਿਆ। ਪਤਨੀ ਨੂੰ ਸਮਾਨ ਵਗੈਰਾ ਦਿੱਤਾ ਤੇ ਬੱਚਿਆਂ ਨੂੰ ਖਿਡੌਣੇ ਦਿੱਤੇ। ਪਰ ਬੱਚਿਆਂ ਨੂੰ ਖਿਡੌਣਿਆਂ ਦੇ ਨਾਲੋਂ ਉਹ ਤੋਤਾ ਬੜਾ ਪਸੰਦ ਆਇਆ, ਕਿਉਂਕਿ ਉਹ ਤੋਤਾ ਬੋਲਦਾ ਸੀ, ਗੱਲਾਂ ਕਰਦਾ ਸੀ। 2-3 ਮਹੀਨੇ ਉਹ ਤੋਤਾ ਉਹਨਾਂ ਦੇ ਘਰ ਰਿਹਾ। 2-3 ਮਹੀਨੇ ਬਾਅਦ ਫਿਰ ਉਸ ਜਗ੍ਹਾ ਦੇ ਉੱਤੇ ਬਾਜ਼ਾਰ ਲੱਗਿਆ ਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਅਗਰ ਕੋਈ ਸਮਾਨ ਚਾਹੀਦਾ ਹੈ, ਮੰਗਵਾਉਣਾ ਹੈ ਤੇ ਲਿਖ ਕੇ ਮੈਨੂੰ ਦੇ ਦੇ। ਬੱਚਿਆਂ ਨੂੰ ਪੁੱਛਿਆ, ਅਗਰ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਦੱਸ ਦਿਓ। ਬੱਚਿਆਂ ਨੇ ਵੀ ਕੁਝ ਸਮਾਨ ਵਗੈਰਾ ਉਹਨੂੰ ਦੱਸ ਦਿੱਤਾ। ਜਦ ਉਹ ਜਾਣ ਲੱਗਾ ਤੇ ਤੋਤੇ ਨੇ ਕਿਹਾ ਕਿ ਮੈਂ ਇੱਕ ਸੁਨੇਹਾ ਭੇਜਣਾ ਚਾਹੁੰਦਾ ਹਾਂ, ਕਿ ਤੁਸੀਂ ਮੇਰਾ ਸੁਨੇਹਾ ਦੇ ਆਓਗੇ। ਉਸ ਨੇ ਤੋਤੇ ਨੂੰ ਪੁੱਛਿਆ ਕਿ ਦੱਸ, ਤੇਰਾ ਕੀ ਸੁਨੇਹਾ ਹੈ। ਤੋਤੇ ਨੇ ਕਿਹਾ ਕਿ ਜਿਸ ਬਾਗ ਦੇ ਵਿੱਚੋਂ ਤੁਸੀਂ ਮੈਨੂੰ ਲੈ ਕੇ ਆਏ ਸੀ, ਤੁਸੀਂ ਉਸ ਬਾਗ ਦੇ ਵਿੱਚ ਜਾਣਾ। ਉੱਥੇ ਮੇਰੇ ਸਾਥੀ ਤੋਤੇ ਆਜ਼ਾਦ ਘੁੰਮਦੇ ਹੋਣੇ ਹਨ। ਤੁਸੀਂ ਉਹਨਾਂ ਨੂੰ ਜਾ ਕੇ ਕਹਿਣਾ ਕਿ ਤੁਹਾਡਾ ਸਾਥੀ ਤੋਤਾ ਪਿੰਜਰੇ ਦੇ ਵਿੱਚ ਕੈਦ ਹੈ, ਰੋਜ਼ ਦੁੱਖਾਂ ਦੇ ਹਥੋੜੇ ਸਹਿੰਦਾ ਹੈ ਤੇ ਤੁਸੀਂ ਬਾਗ ਦੀ ਸੈਰ ਕਰਦੇ ਹੋ, ਮੌਜਾਂ ਕਰਦੇ ਹੋ। ਉਹ ਤੁਹਾਨੂੰ ਬਹੁਤ ਯਾਦ ਕਰਦਾ ਹੈ ਤੇ ਰੋਂਦਾ ਰਹਿੰਦਾ ਹੈ। ਕੀ ਕੋਈ ਤਰੀਕਾ ਹੈ ਕਿ ਉਹ ਪਿੰਜਰੇ 'ਚੋਂ ਆਜ਼ਾਦ ਹੋ ਜਾਵੇ? ਐਸੀ ਕੋਈ ਤਰਕੀਬ ਹੈ? ਤੁਸੀਂ ਇਹ ਸੁਨੇਹਾ ਮੇਰਾ ਬਾਗ ਦੇ ਵਿੱਚ ਜਾ ਕੇ ਸੁਣਾ ਦੇਣਾ। ਉਸ ਬੰਦੇ ਨੇ ਕਿਹਾ ਕਿ ਬੜਾ ਕਮਾਲ ਦਾ ਸੁਨੇਹਾ ਹੈ, ਇਸ ਤੋਤੇ ਨੇ ਆਪਣੇ ਸਾਥੀ ਤੋਤਿਆਂ ਨੂੰ ਦਿੱਤਾ ਹੈ। ਖੈਰ, ਉਹ ਸੁਨੇਹਾ ਲੈ ਕੇ ਬਾਜ਼ਾਰ ਦੀ ਤਰਫ ਚਲਾ ਗਿਆ। ਉਹ ਜਦੋਂ ਉੱਥੇ ਪਹੁੰਚਿਆ, ਸਭ ਤੋਂ ਪਹਿਲਾਂ ਉਹ ਬਾਗ ਦੇ ਵਿੱਚ ਚਲਾ ਗਿਆ। ਉਸ ਨੇ ਦੇਖਿਆ ਕਿ ਇੱਕ ਦਰਖਤ ਦੇ ਉੱਤੇ, ਇੱਕ ਪੇੜ ਦੇ ਉੱਤੇ ਕਾਫੀ ਸਾਰੇ ਤੋਤੇ ਬੈਠੇ ਨੇ। ਉਸ ਨੇ ਦਰਖਤ ਦੇ ਥੱਲੇ ਖੜ ਕੇ ਕਿਹਾ ਕਿ ਤੁਹਾਡਾ ਸਾਥੀ ਤੋਤੇ ਨੇ ਇੱਕ ਸੁਨੇਹਾ ਤੁਹਾਡੇ ਵਾਸਤੇ ਭੇਜਿਆ ਹੈ। ਉਹ ਪੁੱਛਦਾ ਹੈ ਕਿ ਤੁਸੀਂ ਸਾਰੇ ਬਾਗ ਦੀ ਸੈਰ ਕਰਦੇ ਹੋ, ਖੁੱਲ੍ਹੇ ਅਸਮਾਨ ਦੇ ਵਿੱਚ ਉੱਡਦੇ ਹੋ, ਪਰ ਤੁਹਾਡਾ ਸਾਥੀ ਤੋਤਾ ਪਿੰਜਰੇ ਦੇ ਵਿੱਚ ਕੈਦ ਹੈ ਤੇ ਰੋਜ਼ ਦੁੱਖ ਸਹਿੰਦਾ ਹੈ, ਤੁਹਾਨੂੰ ਯਾਦ ਕਰਕੇ ਰੋਂਦਾ ਹੈ। ਕੀ ਕੋਈ ਤਰੀਕਾ ਹੈ ਕਿ ਉਹ ਵੀ ਪਿੰਜਰੇ 'ਚੋਂ ਆਜ਼ਾਦ ਹੋ ਜਾਵੇ ਤੇ ਤੁਹਾਡੇ ਨਾਲ ਬਾਗ ਦੇ ਵਿੱਚ ਆ ਕੇ ਰਹਿ ਸਕੇ? ਸਾਰੇ ਤੋਤੇ ਤਾਂ ਉੱਡ ਗਏ, ਪਰ ਇੱਕ ਤੋਤਾ ਟਾਹਣੀ ਤੋਂ ਨੀਚੇ ਗਿਰ ਕੇ ਤੜਪ ਕੇ ਮਰ ਗਿਆ। ਉਸ ਨੇ ਕਿਹਾ ਕਿ ਹਾਏ ਹਾਏ, ਮੈਂ ਐਵੇਂ ਹੀ ਇਹਨਾਂ ਨੂੰ ਸੁਨੇਹਾ ਸੁਣਾ ਦਿੱਤਾ ਤੇ ਇਹ ਵਿਚਾਰਾ ਤਾਂ ਸੁਨੇਹਾ ਸੁਣ ਕੇ ਤੜਪ ਕੇ ਮਰ ਗਿਆ। ਖੈਰ, ਉਹਨੇ ਜੋ ਸਮਾਨ ਵਗੈਰਾ ਲੈਣਾ ਸੀ ਉਹ ਲਿੱਤਾ ਤੇ ਘਰ ਵਾਪਸ ਲਈ ਤੁਰ ਪਿਆ। ਜਦ ਘਰ ਪਹੁੰਚਿਆ, ਸਮਾਨ ਰੱਖ ਕੇ ਸਭ ਤੋਂ ਪਹਿਲਾਂ ਉਹ ਉਸ ਤੋਤੇ ਕੋਲ ਗਿਆ
ਤੋਤੇ ਨੇ ਪੁੱਛਿਆ ਕਿ ਤੁਸੀਂ ਮੇਰਾ ਸੁਨੇਹਾ ਮੇਰੇ ਸਾਥੀ ਤੋਤਿਆਂ ਨੂੰ ਸੁਣਾ ਦਿੱਤਾ ਸੀ। ਉਸ ਨੇ ਕਿਹਾ ਕਿ ਮੈਂ ਬਾਗ ਗਿਆ ਸੀ ਤੇ ਤੇਰੇ ਸਾਥੀ ਤੋਤਿਆਂ ਨੂੰ ਤੇਰਾ ਸਾਰਾ ਸੁਨੇਹਾ ਸੁਣਾਇਆ। ਜਦੋਂ ਮੈਂ ਤੇਰਾ ਸੁਨੇਹਾ ਸੁਣਾਇਆ ਤੇ ਸਾਰੇ ਤੋਤੇ ਤਾਂ ਉੱਡ ਗਏ, ਪਰ ਇੱਕ ਤੋਤਾ ਤੇਰਾ ਸੁਨੇਹਾ ਸੁਣ ਕੇ ਟਾਹਣੀ ਤੋਂ ਨੀਚੇ ਗਿਰ ਕੇ ਤੜਪ ਤੜਪ ਕੇ ਮਰ ਗਿਆ। ਜਦ ਇਹ ਗੱਲ ਉਸ ਤੋਤੇ ਨੇ ਸੁਣੀ ਤੇ ਉਹ ਵੀ ਪਿੰਜਰੇ ਦੇ ਵਿੱਚ ਤੜਪਣ ਲੱਗ ਗਿਆ। ਤੜਪ ਤੜਪ ਕੇ ਉਸ ਨੇ ਵੀ ਆਪਣੀ ਜਾਨ ਦੇ ਦਿੱਤੀ। ਉਸ ਨੂੰ ਬੜਾ ਦੁੱਖ ਲੱਗਾ ਕਿ ਹਾਏ ਹਾਏ, ਮੈਂ ਐਵੇਂ ਹੀ ਇਸ ਨੂੰ ਉਸ ਦਾ ਸੁਨੇਹਾ ਸੁਣਾ ਦਿੱਤਾ। ਇਸ ਨੇ ਵੀ ਉਸ ਤੋਤੇ ਵਾਂਗ ਤੜਪ ਤੜਪ ਕੇ ਜਾਨ ਦੇ ਦਿੱਤੀ। ਖੈਰ, ਉਸ ਨੇ ਜਦੋਂ ਆਪਣੇ ਮਰ ਚੁੱਕੇ ਤੋਤੇ ਨੂੰ ਕੱਢ ਕੇ ਬਾਹਰ ਰੱਖਿਆ, ਥੋੜਾ ਜਿਹਾ ਪਿੱਛੇ ਹੋਇਆ, ਤੋਤਾ ਉੱਠਿਆ ਤੇ ਉੱਡ ਕੇ ਜਾ ਕੇ ਦੀਵਾਰ ਤੇ ਬੈਠ ਗਿਆ। ਉਹ ਬੰਦਾ ਬੜਾ ਹੈਰਾਨ ਹੋਇਆ ਕਿ ਇਹ ਕੀ ਚੱਕਰ ਹੈ। ਉਸ ਨੇ ਤੋਤੇ ਨੂੰ ਪੁੱਛਿਆ ਕਿ ਇਹ ਕੀ ਰਮਜ ਹੈ, ਮੈਨੂੰ ਕੁਝ ਸਮਝ ਨਹੀਂ ਆ ਰਹੀ। ਤੋਤੇ ਦਾ ਕੀ ਸੁਨੇਹਾ ਸੀ, ਕੀ ਰਮਜ ਹੈ, ਕੀ ਰਾਜ ਦੀ ਗੱਲ ਹੈ, ਤੂੰ ਮੈਨੂੰ ਦੱਸ। ਤੋਤਾ ਬੋਲਿਆ ਕਿ ਜਦੋਂ ਤੁਸੀਂ ਬਾਗ ਦੇ ਵਿੱਚ ਜਾ ਕੇ ਇਹ ਕਿਹਾ ਸੀ ਕਿ ਪਿੰਜਰੇ 'ਚੋਂ ਆਜ਼ਾਦ ਹੋਣ ਦਾ ਕੋਈ ਤਰੀਕਾ ਹੈ, ਜਿਹੜਾ ਤੋਤਾ ਟਾਹਣੀ ਤੋਂ ਨੀਚੇ ਗਿਰ ਕੇ ਤੜਪ ਤੜਪ ਕੇ ਮਰ ਗਿਆ ਸੀ, ਦਰਅਸਲ ਦੇ ਵਿੱਚ ਉਹ ਮਰਿਆ ਨਹੀਂ ਸੀ। ਉਸ ਦਾ ਇਹ ਮੈਨੂੰ ਸੁਨੇਹਾ ਸੀ ਕਿ ਅਗਰ ਤੂੰ ਪਿੰਜਰੇ 'ਚੋਂ ਆਜ਼ਾਦ ਹੋਣਾ ਚਾਹੁੰਦਾ ਹੈ ਤੇ ਤੈਨੂੰ ਮਰਨਾ ਪਵੇਗਾ। ਮਰ ਕੇ ਹੀ ਤੂੰ ਇਸ ਪਿੰਜਰੇ ਤੋਂ ਆਜ਼ਾਦ ਹੋ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਇਸ ਲਈ ਮੈਨੂੰ ਵੀ ਮਰਨਾ ਪਿਆ। ਅਗਰ ਮੈਂ ਮਰਦਾ ਨਾ ਤੇ ਤੁਸੀਂ ਮੈਨੂੰ ਪਿੰਜਰੇ ਤੋਂ ਬਾਹਰ ਨਹੀਂ ਕੱਢਣਾ ਸੀ। ਇਸ ਲਈ ਮਰ ਕੇ ਹੀ ਮੈਨੂੰ ਇਹ ਆਜ਼ਾਦੀ ਹਾਸਿਲ ਹੋਈ ਹੈ। ਇੰਨੀ ਗੱਲ ਕਹਿ ਕੇ ਤੋਤਾ ਉੱਡ ਗਿਆ। ਸੰਗਤ ਜੀ, ਇਸੇ ਤਰ੍ਹਾਂ ਅਗਰ ਅਸੀਂ 84 ਲੱਖ ਜੂਨਾਂ ਇਸ ਜਨਮ ਮਰਨ ਦੇ ਪਿੰਜਰੇ 'ਚੋਂ ਆਜ਼ਾਦ ਹੋਣਾ ਚਾਹੁੰਦੇ ਹਾਂ ਤੇ ਸਾਨੂੰ ਜੀਂਦੇ ਜੀ ਮਰਨਾ ਸਿੱਖਣਾ ਹੋਵੇਗਾ। ਤਾਂ ਹੀ ਅਸੀਂ ਇਸ 84 ਲੱਖ ਜੂਨਾਂ ਦੇ ਪਿੰਜਰੇ 'ਚੋਂ ਆਜ਼ਾਦ ਹੋ ਸਕਦੇ ਹਾਂ। ਬਿਨਾਂ ਮਰੇ ਅਸੀਂ ਆਜ਼ਾਦ ਨਹੀਂ ਹੋ ਸਕਦੇ। ਮਰਨਾ ਕਿਵੇਂ ਹੈ? ਗੁਰੂ ਸਾਹਿਬਾਨ ਨੇ ਦੱਸਿਆ ਹੈ ਕਿ 3 ਤਰ੍ਹਾਂ ਦਾ ਮਰਨਾ ਹੈ। ਪਹਿਲਾ ਤਾਂ ਮਰਨਾ ਉਹ ਹੈ ਕਿ ਸੁਭਾਵਿਕ ਮੌਤ, ਜਿਸ ਤਰ੍ਹਾਂ ਆਮ ਲੋਕੀ ਆਪਣੀ ਉਮਰ ਭੋਗ ਕੇ ਮਰ ਜਾਂਦੇ ਨੇ, ਸਤਿਗੁਰੂ ਦੇ ਲੜ ਨਹੀਂ ਲੱਗਦੇ, ਐਵੇਂ ਜਨਮ ਗਵਾ ਦਿੰਦੇ ਨੇ। ਤੇ ਦੂਸਰਾ ਮਰਨਾ ਹੈ ਜ਼ਮੀਰ ਦਾ ਮਰਨਾ। ਬਹੁਤ ਸੇ ਐਸੇ ਇਨਸਾਨ ਹੁੰਦੇ ਹਨ, ਉਹ ਜੀਂਦੇ ਤਾਂ ਹੁੰਦੇ ਨੇ ਪਰ ਉਹਨਾਂ ਦਾ ਜ਼ਮੀਰ ਮਰ ਚੁੱਕਿਆ ਹੁੰਦਾ ਹੈ। ਤੇ ਤੀਸਰਾ ਹੈ ਸ਼ਬਦ ਦਾ ਮਰਨਾ। ਸ਼ਬਦ ਮਰੇ ਮਨ ਨਿਰਮਲ ਸੰਤੋ। ਇਹਦੇ ਵਿੱਚ ਇਨਸਾਨ ਗੁਰੂ ਕੋਲ ਸ਼ਬਦ ਦਾ ਭੇਦ ਲੈ ਕੇ ਸ਼ਬਦ ਦੇ ਨਾਲ ਜੁੜ ਕੇ ਰੋਜ਼ ਮਰਦਾ ਹੈ ਤੇ ਰੋਜ਼ ਜਿਉਂਦਾ ਹੈ। ਉਸ ਨੂੰ ਫਿਰ ਮਰਨ ਤੋਂ ਡਰ ਨਹੀਂ ਲੱਗਦਾ। ਤਾਂ ਹੀ ਤਾਂ ਬਾਣੀ ਵਿੱਚ ਆਇਆ ਹੈ, ਜਿਤ ਮਰਨੇ ਸੇ ਜਗ ਡਰੇ, ਮੇਰੇ ਮਰੇ ਆਨੰਦ, ਮਰਨੇ ਹੀ ਤੇ ਪਾਈਏ ਪੂਰੇ ਪਰਮਾਨੰਦ। ਫਿਰ ਇਸ ਨੂੰ ਮਰਨ ਤੋਂ ਡਰ ਨਹੀਂ ਲੱਗਦਾ, ਬਲਕਿ ਇਸ ਨੂੰ ਮਰਨ ਦੇ ਵਿੱਚ ਆਨੰਦ ਆਉਂਦਾ ਹੈ। ਸਭ ਤੋਂ ਉੱਤਮ ਸ਼ਬਦ ਦੇ ਵਿੱਚ ਮਰਨਾ ਹੈ। ਤਾਂ ਹੀ ਅਸੀਂ ਫਿਰ ਪਰਮਾਨੰਦ ਨੂੰ ਪਾ ਸਕਦੇ ਹਾਂ, ਉਸ ਨੂੰ ਮਿਲ ਸਕਦੇ ਹਾਂ। ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਸਾਧਨ ਨਹੀਂ ਹੈ। ਇਸ ਲਈ ਸਾਨੂੰ ਰੋਜ਼-ਰੋਜ਼ ਭਜਨ ਸਿਮਰਨ ਦੇ ਵਿੱਚ ਬੈਠ ਕੇ ਮਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਤੇ ਉਸ ਮਾਲਕ ਦੇ ਭਾਣੇ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਸੋ ਸਾਧ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਓ ਜੀ।